ਹੈਲੋ एवरीवन ਗਿਲਸ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 38 ਦੇਖਣ ਲੱਗੇ ਹਾਂ। ਅੱਜ ਅਸੀਂ ਆਪਣਾ ਨੈਕਸਟ ਕਨਸੈਪਟ ਲੀਫੋ ਮੈਥਡ ਕਰਾਂਗੇ। ਤੁਹਾਨੂੰ ਪਿਛਲੇ ਲੈਕਚਰ ਵਿੱਚ ਫੀਫੋ ਮੈਥਡ ਸਮਝਾਇਆ ਸੀ ਕਿ ਫੀਫੋ ਮੈਥਡ ਕਹਿੰਦੇ ਕਿਹਨੂੰ ਹੈ, ਫਸਟ ਇਨ ਫਸਟ ਆਊਟ ਮੈਥਡ, ਜਿਸ ਵਿੱਚ ਆਪਾਂ ਕੀ ਦੇਖਦੇ ਸੀ ਜੋ ਸਾਡੇ ਕੋਲ ਪਹਿਲੇ ਮਾਲ ਜਿਹੜਾ ਆਇਆ ਹੋਇਆ ਸੀ, ਜਿਹੜਾ ਪਰਚੇਸ ਕਰਕੇ ਸਾਡੇ ਕੋਲ ਮਾਲ ਆਇਆ ਹੋਇਆ ਸੀ, ਉਸ ਨੂੰ ਪਹਿਲੇ ਇਸ਼ੂ ਕਰਦੇ ਸੀ। ਠੀਕ ਹੈ ਨਾ। ਅਤੇ ਇਸ ਤੋਂ ਉਲਟ ਹੋਏਗਾ ਲੀਫੋ ਮੈਥਡ ਵਿੱਚ। ਉਹ ਕਿਵੇਂ ਹੋਏਗਾ ਆਪਾਂ ਹੁਣ ਦੇਖਾਂਗੇ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਫਰੈਂਡਸ ਦੇਖੋ, ਮੌਕ ਟੈਸਟ ਖਰੀਦਣੇ ਬਹੁਤ ਜ਼ਰੂਰੀ ਨੇ, ਜਿਹਦੇ ਨਾਲ ਤੁਹਾਡੀ ਤਿਆਰੀ ਹੋਰ ਅੱਛੀ ਹੋ ਜਾਏਗੀ। ਬਿਨਾਂ ਮੌਕ ਟੈਸਟ ਤੋਂ ਤੁਹਾਨੂੰ ਕੁਛ ਵੀ ਨਹੀਂ ਪਤਾ ਲੱਗਣਾ ਕਿ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। ਜੇ ਪ੍ਰੈਕਟਿਸ ਚੰਗੀ ਚਾਹੀਦੀ ਹੈ ਤਾਂ ਤੁਹਾਨੂੰ ਮੌਕ ਟੈਸਟ ਖਰੀਦਣੇ ਚਾਹੀਦੇ ਨੇ। ਠੀਕ ਹੈ ਨਾ, ਜ਼ਰੂਰੀ ਨੇ। ਠੀਕ ਹੈ ਨਾ ਫਰੈਂਡਸ, ਮੈਂ ਤੁਹਾਡੇ ਲਈ ਹੀ ਕਹਿ ਰਿਹਾ। ਠੀਕ ਹੈ, ਭਾਵੇਂ ਜੋ ਮਰਜ਼ੀ ਤਿਆਰੀ ਕਰੋ, ਭਾਵੇਂ ਆਫਲਾਈਨ ਕਰਨੀ ਆਫਲਾਈਨ ਕਰਨਾ, ਭਾਵੇਂ ਸਾਡੇ ਮੌਕ ਟੈਸਟ ਖਰੀਦਣੇ ਨੇ ਤੁਸੀਂ ਮੌਕ ਟੈਸਟ ਖਰੀਦ ਸਕਦੇ ਹੋ। ਠੀਕ ਹੈ, ਤੁਹਾਨੂੰ ਪ੍ਰੋਵਾਈਡ ਕੀਤੇ ਜਾ ਰਹੇ ਨੇ, ਜਿਵੇਂ ਤੁਹਾਨੂੰ ਤਿਆਰੀ ਕਰਨੀ ਹੈ, ਮਗਰ ਮੌਕ ਟੈਸਟ ਜ਼ਰੂਰ ਦਿਓ। ਠੀਕ ਹੈ ਨਾ ਫਰੈਂਡਸ। ਆਪਾਂ ਹੁਣ ਲਾਸਟ ਇਨ ਫਸਟ ਆਊਟ ਮੈਥਡ ਸਮਝਦੇ ਹਾਂ। ਲਾਸਟ ਇਨ ਫਸਟ ਆਊਟ ਮੈਥਡ ਕੀ ਹੁੰਦਾ ਹੈ? ਇਹ ਆਪਾਂ ਕਿਸ ਲਈ ਯੂਜ਼ ਕਰਦੇ ਹਾਂ? ਕੋਸਟ ਫਲੋ ਐਜ਼ੰਪਸ਼ਨ ਲਈ। ਕੀ ਪਰਪਸ ਇਨ ਦਾ ਕੋਸਟ ਆਫ ਗੁੱਡਸ ਸੋਲਡ ਕੈਲਕੂਲੇਸ਼ਨ ਵਿੱਚ। ਤਾਂ ਲੀਫੋ ਮੈਥਡ ਐਕਚੁਅਲ 'ਚ ਕਹਿਣਾ ਕੀ ਚਾਹ ਰਿਹਾ ਹੈ? ਤਾਂ ਤੁਸੀਂ ਉਰੇ ਸਿੰਪਲ ਡੈਫੀਨੇਸ਼ਨ 'ਚ ਦਿੱਤਾ ਹੋਇਆ ਕਿ ਅਜ਼ਿਊਮ ਕਰੋ ਕਿ ਮੋਸਟ ਰੀਸੈਂਟ ਜਿਹੜੀ ਮੇਰੀ ਪ੍ਰੋਡਕਟ ਐਡ ਹੋਈ ਹੈ ਕੰਪਨੀ ਵਿੱਚ ਇਨਵੈਂਟਰੀ ਬਣ ਕੇ, ਠੀਕ ਹੈ ਨਾ, ਉਹਨੂੰ ਉਸ ਨੂੰ ਮੈਂ ਸਭ ਤੋਂ ਪਹਿਲਾਂ ਸੋਲਡ ਕਰਾਂ। ਠੀਕ ਹੈ, ਜੋ ਮੈਂ ਪਰਚੇਸ ਕੀਤਾ ਨਾ, ਜੋ ਮਾਲ ਮੈਨੇ ਪਰਚੇਸ ਕੀਤਾ, ਉਦੋਂ ਜਦੋਂ ਮੈਂ ਉਹਨੂੰ ਵੇਚਣ ਦੀ ਵਾਰੀ ਆਵੇ, ਸੋਲਡ ਜਾਂ ਇਸ਼ੂ ਕਰਨ ਦੀ ਵਾਰੀ ਆਵੇ, ਜਿਹੜਾ ਮੈਨੇ ਪ੍ਰੈਜ਼ੈਂਟ ਹੁਣੀ ਮੈਨੇ ਜਿਹੜਾ ਪਰਚੇਸ ਕੀਤਾ ਉਹਨੂੰ ਸਭ ਤੋਂ ਪਹਿਲੇ ਯੂਜ਼ ਕਰਾਂ ਮੈਂ, ਉਹਨੂੰ ਸਭ ਤੋਂ ਪਹਿਲੇ ਸੋਲਡ ਜਾਂ ਇਸ਼ੂ ਕਰਾਂ ਮੈਂ। ਠੀਕ ਹੈ, ਜਿਹੜਾ ਪਹਿਲੇ ਮਾਲ ਪਿਆ ਉਹਨੂੰ ਬਾਅਦ 'ਚ ਕਰਾਂ, ਜਿਹੜਾ ਹੁਣੀ ਮਾਲ ਆਇਆ ਮੇਰੇ ਕੋਲ ਉਹਨੂੰ ਪਹਿਲੇ ਸੋਲਡ ਜਾਂ ਇਸ਼ੂ ਕਰਾਂ। ਉਹਨੂੰ ਮੈਂ ਕੀ ਕਹਾਂਗਾ? ਲਾਸਟ ਇਨ ਫਸਟ ਆਊਟ ਮੈਥਡ। ਠੀਕ ਹੈ, ਲਾਸਟ ਇਨ ਫਸਟ ਆਊਟ ਮੈਥਡ। ਠੀਕ ਹੈ ਫਰੈਂਡਸ। ਤਾਂ ਆਪਾਂ ਇੱਕ ਵਾਰ ਐਗਜ਼ਾਮਪਲ ਦੇਖ ਲੈਂਦੇ ਹਾਂ। ਪੂਰੀ ਐਗਜ਼ਾਮਪਲ ਕੀ ਕਹਿਣਾ ਚਾਹ ਰਹੀ ਹੈ। ਠੀਕ ਹੈ, ਹੁਣ ਆਪਾਂ ਜਿਵੇਂ ਪਿਛਲਾ ਆਪਾਂ ਕੀ ਨਾਮ ਪਰਫੋਰਮਾ ਦੇਖਿਆ ਸੀ, ਉਸੇ ਤਰ੍ਹਾਂ ਡੇਟ ਹੋਣ ਗਿਆ ਪਰਟੀਕੂਲਰ ਹੋਏਗਾ, ਇੱਕ ਰਿਸਿਪਟ ਸਾਈਡ ਆਏਗੀ, ਪਲੱਸ ਦੀ ਸਾਈਡ ਯਾਨੀ ਕਿ ਮਾਲ ਆਇਆ, ਪਰਚੇਸ ਕੀਤਾ ਯਾਨੀ ਕਿ ਮਾਲ ਆਇਆ, ਯਾਨੀ ਕਿ ਇਸ਼ੂ ਹੋਇਆ ਮਾਲ ਅੱਗੇ ਹੈ। ਠੀਕ ਹੈ, ਭਾਵੇਂ ਇਸ਼ੂ ਵਿੱਚ ਕਿਸੇ ਵੀ ਤਰ੍ਹਾਂ ਇਸ਼ੂ ਹੋ ਸਕਦਾ, ਭਾਵੇਂ ਉਹ ਸੋਲਡ ਹੋਇਆ, ਭਾਵੇਂ ਆਪਾਂ ਨੇ ਆਪਣਾ ਰੋ ਮਟੀਰੀਅਲ ਅੱਗੇ ਪ੍ਰੋਡਕਸ਼ਨ ਬਣਾਉਣ ਵਿੱਚ ਦਿੱਤਾ। ਠੀਕ ਹੈ, ਪਲੱਸ ਮਾਈਨਸ ਉਰੇ ਰਿਸਿਪਟ ਸਾਈਡ, ਉਰੇ ਰਿਸਿਪਟ ਸਾਈਡ, ਉਰੇ ਇਸ਼ੂ ਸਾਈਡ। ਠੀਕ ਹੈ ਫਰੈਂਡਸ, ਅਤੇ ਉਰੇ ਬੈਲੈਂਸ ਅਤੇ ਸੇਮ ਕੁਆਂਟਿਟੀ ਰੇਟ ਅਮਾਊਂਟ, ਕੁਆਂਟਿਟੀ ਰੇਟ ਅਮਾਊਂਟ, ਕੁਆਂਟਿਟੀ ਰੇਟ ਅਮਾਊਂਟ। ਠੀਕ ਹੈ, ਆਪਾਂ ਇਸ ਤਰ੍ਹਾਂ ਦਾ ਪਰਫੋਰਮਾ ਬਣਾ ਲਾਂਗੇ। ਜੋ ਪਿਛਲੇ ਸਾਲ ਦਾ ਆਪਣਾ ਕਲੋਜ਼ਿੰਗ ਸਟਾਕ ਸੀ, ਸੇਮ ਉਵੇਂ ਹੀ ਓਪਨਿੰਗ ਸਟਾਕ ਚੱਕਾਂਗੇ, ਉਹਨੂੰ ਹੀ ਓਪਨਿੰਗ ਸਟਾਕ ਮੰਨ ਲਾਂਗੇ। ਜੋ ਪਿਛਲੇ ਸਾਲ ਦਾ ਮੇਰਾ ਜਾਂ ਪਿਛਲੇ ਮਹੀਨੇ ਦਾ ਕਲੋਜ਼ਿੰਗ ਸਟਾਕ ਸੀ, ਠੀਕ ਹੈ, ਉਸ ਨੂੰ ਹੀ ਓਪਨਿੰਗ ਸਟਾਕ ਮੰਨ ਲਾਂਗੇ। ਤਾਂ ਕਿੰਨਾ ਆਪਣੇ ਓਪਨਿੰਗ ਸਟਾਕ ਹੈ? 300 ਕੁਆਂਟਿਟੀ ਹੈ, 11 ਦੇ ਰੇਟ ਦੇ ਹਿਸਾਬ ਸੇ 3300 ਦੀਆਂ, 3300 ਅਮਾਊਂਟ ਦਾ ਮੇਰਾ ਮਾਲ ਪਿਆ। ਠੀਕ ਹੈ, ਓਪਨਿੰਗ ਸਟਾਕ ਆਪਾਂ ਕਿਸੇ ਚੀਜ਼ ਨੂੰ ਵੀ ਮੰਨ ਸਕਦੇ ਹਾਂ, ਭਾਵੇਂ ਪਿਛਲੇ ਸਾਲ ਦਾ ਮੰਨ ਸਕਦੇ ਹਾਂ, ਭਾਵੇਂ ਪਿਛਲੇ ਮਹੀਨੇ ਦਾ ਮੰਨ ਸਕਦੇ ਹਾਂ। ਜੋ 30 ਤਰੀਕ ਨੂੰ ਮੇਰੀ ਕੋਈ ਕਲੋਜ਼ਿੰਗ ਹੋਏਗੀ, ਉਹ ਮੇਰੀ ਅਗਲੇ ਮਹੀਨੇ ਦੀ 1 ਤਰੀਕ ਨੂੰ ਮੇਰਾ ਉਹ ਹਮੇਸ਼ਾ ਓਪਨਿੰਗ ਸਟਾਕ ਹੋਏਗਾ। ਠੀਕ ਹੈ ਫਰੈਂਡਸ, ਭਾਵੇਂ ਉਹ ਸਾਲ ਦਾ ਵੀ ਹੋ ਸਕਦਾ, ਸਾਲ ਦੇ ਅੰਤ ਵਿੱਚ ਵੀ ਹੋ ਸਕਦਾ। ਸਾਲ ਦੇ ਅੰਤ 'ਚ ਕਿਵੇਂ ਹੋ ਸਕਦਾ? 31 ਮਾਰਚ 'ਚ ਹੋ ਸਕਦਾ। ਠੀਕ ਹੈ, ਜਾਂ ਹਰੇਕ ਮਹੀਨੇ ਕਿਵੇਂ ਹੋ ਸਕਦਾ? ਹਰੇਕ ਮਹੀਨੇ 30 ਜਾਂ 31 ਤਰੀਕ ਨੂੰ ਹੋ ਸਕਦਾ। ਠੀਕ ਹੈ ਫਰੈਂਡਸ, ਹੁਣ ਦੇਖੋ ਅਪ੍ਰੈਲ 4 ਨੂੰ ਆਪਾਂ ਨੇ ਪਰਚੇਸ ਕੀਤਾ, ਮਾਲ ਪਰਚੇਸ ਕੀਤਾ। ਕਿੰਨੇ ਦਾ ਪਰਚੇਸ ਕੀਤਾ ਆਪਾਂ ਨੇ? 500 ਦਾ ਮਾਲ ਕੁਆਂਟੀਟੀਆਂ ਪਰਚੇਸ ਕੀਤੀਆਂ। ਕਿੰਨੇ ਰੇਟ ਦੇ ਹਿਸਾਬ ਸੀ? 10 ਰੁਪਏ ਦੇ ਰੇਟ ਦੇ ਹਿਸਾਬ ਸੀ 5000 ਦਾ ਮਾਲ, ਯਾਨੀ ਕਿ ਮੈंने ਟੋਟਲ 5000 ਦਾ ਮਾਲ ਪਰਚੇਸ ਕੀਤਾ। ਹੁਣ ਬੈਲੈਂਸ ਕੀ ਦਿਖਾਵਾਂਗਾ? ਮੇਰੇ ਕੋਲ ਜੋ ਪਹਿਲੇ ਓਪਨਿੰਗ ਕਿੰਨਾ ਪਿਆ ਸੀ ਮਾਲ? 300, ਮੈਂ 300 ਦਾ ਸ਼ੋਅ ਕਰ ਦਾਂਗਾ ਉਰੇ। 300 11 ਅਤੇ 3300। ਠੀਕ ਹੈ, 11 ਦੇ ਰੇਟ ਦੇ ਹਿਸਾਬ ਸੀ 3300। ਹੁਣ ਜਿਹੜਾ ਨਵਾਂ ਮਾਲ ਆਇਆ ਉਹਨੂੰ ਐਡ ਕਰ ਦਾਂਗਾ। 500 ਕੁਆਂਟੀਟੀਆਂ 10 ਰੁਪਏ ਦੇ ਰੇਟ ਦੇ ਹਿਸਾਬ ਸਿਰ 5000। ਠੀਕ ਹੈ ਨਾ ਫਰੈਂਡਸ, 500 ਕੁਆਂਟੀਟੀਆਂ 10 ਰੁਪਏ ਰੇਟ ਦੇ ਹਿਸਾਬ ਸਿਰ 5000। ਠੀਕ ਹੈ, ਫਿਰ ਅੱਗੇ ਆ ਗਏ ਆਪਾਂ ਅਪ੍ਰੈਲ 10 ਨੂੰ ਆਪਾਂ ਨੇ ਦੁਬਾਰਾ ਪਰਚੇਸ ਕੀਤਾ। ਆਪਾਂ ਨੇ 400 ਕੁਆਂਟੀਟੀ ਪਰਚੇਸ ਕੀਤੀਆਂ। ਕਿੰਨੇ ਰੇਟ ਦੇ ਹਿਸਾਬ ਸਿਰ? 12 ਦੇ ਰੇਟ ਦੇ ਹਿਸਾਬ ਸਿਰ। ਤਾਂ ਟੋਟਲ ਕਿੰਨਾ ਹੋ ਗਿਆ ਆਪਣਾ? 4800 ਰੁਪਇਆ ਹੋ ਗਿਆ। ਇਸ ਨੂੰ ਵੀ ਐਡ ਕਰਾਂਗੇ। ਪਹਿਲੇ ਦੋ ਕੀ ਪਏ ਸੀ ਆਪਣੇ, ਆਪਾਂ ਉੱਥੋਂ ਸੇਮ ਹੀ ਚੱਕ ਲਾਂਗੇ ਜੋ ਪਹਿਲੇ ਦੋ ਆਪਣੀ ਬੈਲੈਂਸ ਪਏ ਸੀ। ਠੀਕ ਹੈ, ਇੱਕ ਓਪਨਿੰਗ ਸਟਾਕ ਦਾ ਬੈਲੈਂਸ ਪਿਆ ਸੀ, ਇੱਕ ਆਪਣੇ ਜਿਹੜਾ ਅਪ੍ਰੈਲ 4 ਨੂੰ ਖਰੀਦਾ ਸੀ ਉਹਦਾ ਬੈਲੈਂਸ ਪਿਆ ਸੀ 300 ਅਤੇ 500 ਦਾ। ਅਤੇ ਹੁਣ ਆਪਾਂ ਨਵਾਂ ਐਡ ਕਰ ਦਾਂਗੇ 400 ਜਿਹੜੀਆਂ ਕੁਆਂਟੀਟੀਆਂ ਖਰੀਦੀਆਂ, ਉਹ ਵੀ ਆਪਾਂ ਉਹਦੇ ਸ਼ੋਅ ਕਰ ਦਾਂਗੇ। ਹੁਣ ਆਪਣੇ ਕੋਲ 3 ਤਰ੍ਹਾਂ ਦਾ ਮਾਲ ਪਿਆ ਹੈ। 11 ਦੇ ਰੇਟ ਦੇ ਹਿਸਾਬ ਸੇ, 10 ਰੁਪਏ ਦੇ ਰੇਟ ਦੇ ਹਿਸਾਬ ਸੇ, 12 ਦੇ ਰੇਟ ਦੇ ਹਿਸਾਬ ਸੇ।
ठीक है। अपने अलग अलग शो करता 3300, 5000 ਤੇ 4800। ठीक है फ्रेंड्स। ਹੁਣ ਆ ਗਈ ਵਾਰੀ ਇਸ਼ੂ ਕਰਨ ਦੀ। ਹੁਣ ਅਪ੍ਰੈਲ 15 ਆ ਗਈ, ਆਪਾਂ ਨੇ ਇਸ਼ੂ ਕਰਨਾ। ਠੀਕ ਹੈ, ਆਪਾਂ ਨੇ ਇਸ਼ੂ ਕਰਨਾ। ਤਾਂ ਹੁਣ ਇਸ਼ੂ ਕਿਵੇਂ, ਆਪਾਂ ਇਸ਼ੂ 'ਚ ਆਪਾਂ ਸ਼ੋ ਕਰਾਂਗੇ ਕਿੰਨਾ ਇਸ਼ੂ ਕਰਨਾ ਮੈਨੇ, 500 ਕੁਆਂਟੀਟੀਆਂ ਮੇਰੀਆਂ ਇਸ਼ੂ ਹੋਣੀਆਂ। ਠੀਕ ਹੈ, ਮੇਰੀਆਂ 500 ਕੁਆਂਟੀਟੀਆਂ ਇਸ਼ੂ ਹੋਣੀਆਂ। ਮੈਂ ਕਿਸ ਤਰ੍ਹਾਂ ਇਸ਼ੂ ਕਰਾਂਗਾ, ਮੈਂ ਕਿਹੜਾ ਮੈਥਡ ਲਾ ਰਿਹਾ, ਮੈਂ ਦੱਸੋ, ਲਾਸਟ ਇਨ ਫਸਟ ਆਊਟ ਮੈਥਡ ਲਾ ਰਿਹਾ। ਤਾਂ ਮੈਂ ਉਸਨੂੰ ਕਿਵੇਂ ਇਸ਼ੂ ਕਰਾਂਗਾ, ਆਓ ਦੇਖਦੇ ਹਾਂ ਆਪਾਂ। ਹੁਣ ਆਪਣੇ ਕੋਲ ਆਪਾਂ ਨੇ ਇਹ ਇਸ਼ੂ ਕਰਨ ਤੋਂ ਪਹਿਲੇ ਆਪਾਂ ਦੇਖਣਾ ਆਪਣਾ ਬੈਲੈਂਸ ਕਿਵੇਂ ਪਿਆ। ਇਵੇਂ ਪਿਆ ਬੈਲੈਂਸ 300 ਕੁਆਂਟੀਟੀਆਂ 11 ਦੇ ਰੇਟ ਦੇ ਹਿਸਾਬ ਸਿਰ, 500 ਕੁਆਂਟੀਟੀਆਂ 10 ਰੁਪਏ ਦੇ ਰੇਟ ਦੇ ਹਿਸਾਬ, 400 ਕੁਆਂਟੀਟੀਆਂ 12 ਦੇ ਰੇਟ ਦੇ ਹਿਸਾਬ ਸਿਰ। ਆਪਾਂ ਨੂੰ ਕਿੰਨੀ ਕੁਆਂਟੀਟੀ ਚਾਹੀਦੀ ਇਸ਼ੂ ਕਰਨ ਦੀਆਂ, 500। ਠੀਕ ਹੈ, ਮੈਂ ਲਾਸਟ ਇਨ ਫਸਟ ਆਊਟ ਮੈਥਡ ਜੋ ਹੁਣੀ ਮਾਲ ਮੇਰੇ ਕੋਲ ਐਡ ਹੋਇਆ ਅਪ੍ਰੈਲ 10 ਵਿੱਚ ਲੇਟੈਸਟ ਕਿਹੜਾ ਮਾਲ ਐਡ ਹੋਇਆ ਮੇਰੇ ਕੋਲ ਪਰਚੇਸ ਕਰਕੇ, 400 ਦਾ 12 ਦੇ ਰੇਟ ਦੇ ਹਿਸਾਬ ਸਿਰ ਕੁਆਂਟੀਟੀ, 400 ਕੁਆਂਟੀਟੀਆਂ 12 ਦੇ ਰੇਟ ਦੇ ਹਿਸਾਬ ਸਿਰ 4800। ਇਹਨੂੰ ਮੈਂ ਚੱਕ ਲਾਂਗਾ, ਚੱਕ ਲਿਆ ਮੈਨੇ। ਠੀਕ ਹੈ, ਮੈਨੂੰ ਹਲੇ ਵੀ 100 ਕੁਆਂਟੀਟੀ ਹੋਰ ਚਾਹੀਦੀਆਂ। ਮੈਨੂੰ ਟੋਟਲ ਕਿੰਨੀਆਂ ਚਾਹੀਦੀਆਂ, 500, 400 ਆ ਗਈਆਂ। ਠੀਕ ਹੈ, ਯਾਨੀ ਕਿ ਇਹ ਤਾਂ ਮੈंने ਸਿੱਧਾ ਹੀ ਚੱਕ ਲਿਆ। ਠੀਕ ਹੈ, ਅਤੇ 100 ਹੁਣ ਹੋਰ ਚਾਹੀਦੀਆਂ ਮੈਨੂੰ, 100 ਹੋਰ ਚਾਹੀਦੀਆਂ। ਯਾਨੀ ਕਿ ਮੈਨੂੰ ਜਿਹੜਾ ਸੈਕਿੰਡ ਹੈ, ਜਿਹੜੀ ਮੈंने ਸੈਕਿੰਡ ਇਨਵੈਂਟਰੀ ਖਰੀਦੀ ਹੋਈ ਹੈ, ਠੀਕ ਹੈ, ਉਸ 'ਚੋਂ ਚੱਕਾਂਗਾ ਹੁਣ ਮੈਂ ਸਟੈਪ ਬਾਏ ਸਟੈਪ। ਠੀਕ ਹੈ, ਲਾਸਟ ਇਨ ਫਸਟ ਆਊਟ ਮੈਥਡ ਜੋ ਲਾਸਟ ਵਿੱਚ ਹੈ ਉਸਨੂੰ ਪਹਿਲੇ ਚੱਕਣਾ। 400 ਤੋਂ ਬਾਅਦ ਕਿਹੜਾ ਆਉਂਦਾ 500, 500 'ਚ ਮੈਂ 100 ਕੁਆਂਟੀਟੀ ਚੱਕ ਲਾਂਗਾ 10 ਰੁਪਏ ਦੇ ਰੇਟ ਦੇ ਹਿਸਾਬ ਸਿਰ। ਠੀਕ ਹੈ, 10 ਰੁਪਏ ਦੇ ਰੇਟ ਦੇ ਹਿਸਾਬ ਸਿਰ ਚੱਕ ਲਾਂਗਾ। ਤਾਂ ਉਰੇ ਮੈਂ ਰੇਟ ਤੈਅ ਕਰ ਦਾਂਗਾ 400 ਕੁਆਂਟੀਟੀਆਂ 12 ਦੇ ਰੇਟ ਦੇ ਹਿਸਾਬ ਸਿਰ 4800, 100 ਕੁਆਂਟੀਟੀਆਂ 10 ਰੁਪਏ ਦੇ ਰੇਟ ਦੇ ਹਿਸਾਬ ਸਿਰ 1000। ਠੀਕ ਹੈ, ਇਹ ਮੈਂ ਮਾਲ ਮੇਰਾ ਇਸ਼ੂ ਹੋ ਗਿਆ। ਇਹਨੂੰ ਕਹਾਂ ਲਾਸਟ ਇਨ ਫਸਟ ਆਊਟ ਮੈਥਡ। ਜੋ ਮੇਰੇ ਕੋਲ ਐਂਡ 'ਚ ਮਾਲ ਪਿਆ ਉਸ ਨੂੰ ਪਹਿਲੇ ਯੂਜ਼ ਕਰਾਂਗਾ। ਠੀਕ ਹੈ, ਉਸ ਤੋਂ ਬਾਅਦ ਦੂਸਰਾ ਮਾਲ ਯੂਜ਼ ਕਰਾਂਗਾ। ਠੀਕ ਹੈ, ਜੋ ਮੇਰਾ ਲੇਟੈਸਟ ਐਡ ਹੋਇਆ ਉਸ ਨੂੰ ਪਹਿਲੇ ਯੂਜ਼ ਕਰਨਾ। ਠੀਕ ਹੈ, ਅਤੇ ਫੀਫੋ ਮੈਥਡ 'ਚ ਕੀ ਕਰਦੇ ਸੀ, ਜੇ ਉਹ ਫੀਫੋ ਮੈਥਡ ਲੱਗਦਾ ਕੀ ਕਰਦੇ ਆਪਾਂ, ਜੇ ਸਾਨੂੰ 500 ਕੁਆਂਟੀਟੀ ਚਾਹੀਦੀ ਹੁੰਦੀ ਹੈ, ਆਪਾਂ ਜਿਹੜਾ ਪਹਿਲੇ ਮਾਲ ਪਿਆ ਉਹਨੂੰ 300 ਕੁਆਂਟੀਟੀਆਂ ਪਈਆਂ ਸੀ, 300 ਕੁਆਂਟੀਟੀਆਂ ਲੈਂਦੇ, ਫਿਰ 500 'ਚ 200 ਕੁਆਂਟੀਟੀਆਂ ਲੈਂਦੇ, ਇਸ ਤਰ੍ਹਾਂ ਲੈਂਦੇ। ਮਗਰ ਆਪਾਂ ਲਾਸਟ ਇਨ ਫਸਟ ਆਊਟ ਮੈਥਡ ਦੇਖ ਰਹੇ ਹਾਂ। ਜੇ ਲਾਸਟ ਇਨ ਫਸਟ ਆਊਟ ਮੈਥਡ ਦੇਖ ਰਹੇ ਹਾਂ ਤਾਂ ਆਪਣੀ ਲੇਟੈਸਟ ਜਿਹੜੀ ਐਂਟਰੀ ਹੈ, ਲੇਟੈਸਟ ਜਿਹੜੀ ਇਨਵੈਂਟਰੀ ਆਪਾਂ ਐਡ ਕੀਤੀ ਹੈ ਉਹਨੂੰ ਪਹਿਲੇ ਲਵਾਂਗੇ। ਪਹਿਲੇ ਲੈ ਲਿਆ। ਠੀਕ ਹੈ, ਅਤੇ ਜੋ ਬਾਕੀ ਜਿੰਨਾ ਸਾਨੂੰ ਚਾਹੀਦਾ ਔਰ ਉਸ ਤੋਂ ਬਾਅਦ ਵਾਲੀ ਜਿਹੜੀ ਇਨਵੈਂਟਰੀ ਹੋਏਗੀ, ਠੀਕ ਹੈ, ਉਹ ਉਸ 'ਚੋਂ ਲਵਾਂਗੇ। 500 'ਚੋਂ 100 ਲੈ ਲਿਆ ਸੀ ਤਾਂ ਆਪਾਂ ਉਰੇ ਐਡ ਕਰਤਾ। ਠੀਕ ਹੈ ਫਰੈਂਡਸ, ਤਾਂ ਆਪਣਾ ਇਹ ਇਸ਼ੂ ਕਰਤਾ। ਹੁਣ ਬੈਲੈਂਸ ਕਿੰਨਾ ਬਚ ਗਿਆ, ਹੁਣ ਇਹ ਦੇਖਣਾ ਆਪਣੇ ਬੈਲੈਂਸ ਕਿੰਨਾ ਬਚ ਗਿਆ। ਹੁਣ ਆਪਾਂ ਨੇ ਇਹ 400 ਦਾ 400 ਲੈ ਲਿਆ ਸੀ, ਯਾਨੀ ਕਿ ਇਹ ਤਾਂ ਆਏਗਾ ਨਹੀਂ ਹੁਣ ਬੈਲੈਂਸ ਵਿੱਚ, ਕਿਉਂਕਿ ਮੈंने 400 ਤੋਂ 400 ਲੈ ਲਿਆ ਨਾ। ਬਾਕੀ ਕਿੰਨਾ ਬਚਿਆ, 500 'ਚੋਂ 100 ਗਿਆ ਤਾਂ 400 ਦਾ ਬਚਿਆ ਬੈਲੈਂਸ, ਹੈ ਨਾ। 500 ਦਾ 100 ਗਿਆ, 400 ਦਾ ਬਚਿਆ, ਅਤੇ ਉਰੇ 400 ਆ ਜਾਏਗਾ। 10 ਰੁਪਏ ਦੇ ਰੇਟ ਦੇ ਹਿਸਾਬ 'ਚ 4000 ਆ ਜਾਏਗਾ। ਠੀਕ ਹੈ, ਅਤੇ ਬਾਕੀ ਜਿਹੜਾ ਉੱਪਰਲਾ ਮਾਲ ਪਿਆ ਸੀ ਮੇਰਾ 300 ਕੁਆਂਟੀਟੀਆਂ 11 ਰੁਪਏ ਦੇ ਰੇਟ ਦੇ ਹਿਸਾਬ ਸਿਰ ਉਹ ਸੇਮ ਟੂ ਸੇਮ ਪਿਆ ਰਹੇਗਾ। ਠੀਕ ਹੈ, ਯੂਜ਼ ਕਿਹੜਾ ਹੋਇਆ ਮਾਲ ਮੇਰਾ, ਲੇਟੈਸਟ ਵਾਲਾ ਮਾਲ ਯੂਜ਼ ਹੋਇਆ। ਇਹਨੂੰ ਕੀ ਕਵਾਂਗੇ, ਲਾਸਟ ਇਨ ਫਸਟ ਆਊਟ ਮੈਥਡ। ਉਸ ਤੋਂ ਬਾਅਦ ਅਪ੍ਰੈਲ 20 ਆਈ, ਫਿਰ ਮੈंने ਪਰਚੇਸ ਕੀਤਾ। ਕਿੰਨੇ ਦਾ ਪਰਚੇਸ ਕੀਤਾ, 500 ਕੁਆਂਟੀਟੀਆਂ 11 ਰੁਪਏ ਦੇ ਰੇਟ ਦੇ ਹਿਸਾਬ ਸਿਰ 5500 ਦੀ। ਠੀਕ ਹੈ, ਹੁਣ ਮੇਰੀ ਕਿੰਨੀ ਇਨਵੈਂਟਰੀ ਹੋ ਗਈ ਦੱਸੋ ਮੈਨੂੰ। ਪਹਿਲੇ 2 ਇਨਵੈਂਟਰੀ ਪਈ ਸੀ, ਸੇਮ ਚੱਕ ਲਾਂਗੇ ਉਰੇ। ਠੀਕ ਹੈ, ਨਵੀਂ ਇਨਵੈਂਟਰੀ ਐਡ ਕਰ ਦਾਂਗੇ 500, 11 ਰੁਪਏ ਦੇ ਰੇਟ ਦੇ ਹਿਸਾਬ ਸਿਰ 5500। ਠੀਕ ਹੈ ਫਰੈਂਡਸ, ਹੁਣ ਅਪ੍ਰੈਲ 25 ਆ ਗਈ। ਹੁਣ ਦੁਬਾਰਾ ਇਸ਼ੂ ਦੀ ਗੱਲ ਆ ਗਈ, ਇਸ਼ੂ ਦੀ ਗੱਲ ਆ ਗਈ, ਯਾਨੀ ਕਿ ਮੇਰੇ ਇਨਵੈਂਟਰੀ 'ਚ ਮਾਲ ਜਾਏਗਾ। ਤਾਂ ਆਪਾਂ ਕਿਹੜਾ ਮੈਥਡ ਲਾ ਰਹੇ ਹਾਂ, ਲਾਸਟ ਇਨ ਫਸਟ ਆਊਟ ਮੈਥਡ। ਯਾਨੀ ਕਿ ਹੁਣ ਮੈਨੂੰ ਕਿੰਨੀਆਂ ਕੁਆਂਟੀਟੀਆਂ ਮੈंने ਇਸ਼ੂ ਕਰਨੀ ਹੈ, 600 ਕੁਆਂਟੀਟੀਆਂ ਟੋਟਲ, 600 ਕੁਆਂਟੀਟੀਆਂ ਇਸ਼ੂ ਕਰਨੀ ਹੈ। ਕਿਸ ਤਰ੍ਹਾਂ ਇਸ਼ੂ ਕਰਾਂਗੇ ਆਪਾਂ, ਹੁਣ ਬੈਲੈਂਸ ਦੇਖਾਂਗੇ ਪਿਛਲਾ। ਇਹ ਬੈਲੈਂਸ ਹੈ ਮੇਰਾ, ਇਹ 'ਚੋਂ ਦੇਖੋਗੇ 600 ਕੁਆਂਟੀਟੀ ਚਾਹੀਦੀਆਂ। ਲਾਸਟ ਇਨ ਫਸਟ ਆਊਟ ਮੈਥਡ ਲਾ ਰਹੇ ਹਾਂ ਤਾਂ 500 ਪਹਿਲੇ ਚੱਕ ਲਾਂਗੇ ਆਪਾਂ, ਇਹ ਸਾਰੀ ਚੱਕ ਲਾਂਗੇ। ਚੱਕ ਲਿਆ ਆਪਾਂ ਨੇ 500, 11 ਰੁਪਏ ਦੇ ਰੇਟ ਦੇ ਹਿਸਾਬ ਸਿਰ, ਸੌਰੀ 5500। ਠੀਕ ਹੈ, ਫਿਰ 400 ਕੁਆਂਟੀਟੀਆਂ, 400 ਕੁਆਂਟੀਟੀ 'ਚੋਂ ਕਿੰਨੀਆਂ ਚੱਕਾਂਗੇ ਆਪਾਂ ਨੂੰ 600 ਚਾਹੀਦੀਆਂ ਸੀ, 500 ਆ ਗਈਆਂ, 100 ਚਾਹੀਦੀਆਂ, ਹੋਰ 100 ਲੈ ਲਾਂਗੇ ਇਸ 'ਚੋਂ, 100 ਲੈ ਲਾਂਗੇ ਇਸ 'ਚੋਂ। ਠੀਕ ਹੈ, ਸਟੈਪ ਬਾਏ ਸਟੈਪ ਚੱਲਣਾ ਹੈ। ਜਿਹੜਾ ਲਾਸਟ ਹੈ ਜੇ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਵਾਲਾ ਲਾਸਟ ਕਿਹੜਾ ਹੋਏਗਾ। 400 ਕੁਆਂਟੀਟੀਆਂ, 400 'ਚੋਂ 100 ਚਾਹੀਦੀਆਂ, 10 ਰੁਪਏ ਦੇ ਰੇਟ ਦੇ ਹਿਸਾਬ ਸਿਰ 1000 ਰੁਪਇਆ ਹੋ ਗਿਆ। ਠੀਕ ਹੈ, 1000 ਰੁਪਇਆ ਹੋ ਗਿਆ। ਤਾਂ ਇਹ ਮੇਰਾ ਇਸ਼ੂ ਹੋ ਗਿਆ ਮਾਲ। 600 ਕੁਆਂਟੀਟੀਆਂ ਮੇਰੇ ਇਨਵੈਂਟਰੀ ਵਿੱਚੋਂ ਚਲੀਆਂ ਗਈਆਂ। ਜੇ ਚਲੀਆਂ ਗਈਆਂ ਤਾਂ ਹੁਣ ਆਪਾਂ ਬੈਲੈਂਸ ਚੱਕਾਂਗੇ। ਆਪਾਂ ਬੈਲੈਂਸ ਕਿੰਨਾ ਬਚੇਗਾ ਆਪਣਾ ਦੱਸੋ ਮੈਨੂੰ। ਇਹ ਜਿਹੜੀਆਂ 300 ਕੁਆਂਟੀਟੀਆਂ ਸੀ 3300 ਵਾਲੀਆਂ, ਇਹ ਤਾਂ ਸੇਮ ਟੂ ਸੇਮ ਆ ਜਾਣੀ, ਕਿਉਂਕਿ ਤਾਂ ਇਹਨੂੰ ਤਾਂ ਆਪਾਂ ਹਿਲਾਇਆ ਹੀ ਨਹੀਂ, ਇਹ ਸੇਮ ਟੂ ਸੇਮ ਆ ਗਈਆਂ। ਪਰ ਠੀਕ ਹੈ, ਸੇਮ ਟੂ ਸੇਮ ਆ ਗਈਆਂ। ਉਰੇ 500 ਕੁਆਂਟੀਟੀਆਂ ਤਾਂ ਖਤਮ ਹੋ ਗਈਆਂ, ਕਿਉਂਕਿ ਮੈਂ ਉਰੇ ਯੂਜ਼ ਕਰ ਲਈਆਂ। 400 ਚੋਂ ਮੇਰੀਆਂ 100 ਕੁਆਂਟੀਟੀਆਂ ਯੂਜ਼ ਹੋ ਗਿਆ, 300 ਰਹਿ ਗਈਆਂ 10 ਰੁਪਏ ਦੇ ਰੇਟ ਦੇ ਹਿਸਾਬ ਸਿਰ, ਉਹ ਮੈਂ ਉਰੇ ਬੈਲੈਂਸ ਦਿਖਾਤਾ। ਠੀਕ ਹੈ, ਮੇਰਾ ਟੋਟਲ ਬੈਲੈਂਸ ਇਹ ਹੋ ਗਿਆ 3300 ਵਾਲਾ 11 ਰੁਪਏ ਦੇ ਰੇਟ ਦੇ ਹਿਸਾਬ ਸਿਰ, 3000 ਵਾਲਾ 10 ਰੁਪਏ ਦੇ ਰੇਟ ਦੇ ਹਿਸਾਬ ਸਿਰ। ਠੀਕ ਹੈ ਫਰੈਂਡਸ, ਹੁਣ ਆਪਾਂ ਨੇ ਆਪਣਾ ਰਿਕਾਰਡ ਤਾਂ ਕਰਤਾ। ਠੀਕ ਹੈ, ਆਪਾਂ ਜਿੰਨਾ ਰਿਕਾਰਡ ਕਰ ਰਹੇ ਹਾਂ, ਠੀਕ ਹੈ, ਮਗਰ ਆਪਾਂ ਨੇ ਇੱਕ ਵਾਰੀ ਫਿਜ਼ੀਕਲੀ ਆਪਾਂ ਨੇ ਚੈੱਕ ਵੀ ਤਾਂ ਕਰਨਾ ਕਿ ਜਿੰਨਾ ਮੈਂ ਮਾਲ ਰਿਕਾਰਡ ਕੀਤਾ ਉਨਾ ਹੈ ਵੀ ਹੈ ਤਾਂ ਨਹੀਂ ਹੈ।
ਤੇ ਸਾਨੂੰ ਪਤਾ ਲੱਗਿਆ ਕਿ ਕੁਝ ਸ਼ੋਰਟੇਜ ਹੋ ਗਿਆ ਮਾਲ, ਕਿਸੇ ਕਰਕੇ ਹੋ ਸਕਦਾ, ਕੋਈ ਖ਼ਰਾਬ ਹੋ ਗਿਆ ਜਾਂ ਕੋਈ ਗੁੰਮ ਗਿਆ, ਚੋਰੀ ਹੋ ਗਈ ਜਾਂ ਕੁਝ ਵੀ ਹੋ ਸਕਦਾ, ਕੋਈ ਵੀ ਹੈਪਨਿੰਗ ਹੋ ਸਕਦੀ ਹੈ। ਠੀਕ ਹੈ, ਅਤੇ ਜੇ ਸਪੋਜ਼ ਕਰੋ ਕੁਛ ਵੀ ਹੈਪਨਿੰਗ ਹੋਈ ਹੈ ਤਾਂ ਸਪੋਜ਼ ਕਰੋ ਆਪਣੀ ਕੋਈ 50 ਕੁਆਂਟਿਟੀ ਘੱਟ ਪੈ ਰਹੀ ਹੈ, 50 ਕੁਆਂਟਿਟੀ ਘੱਟ ਪੈ ਰਹੀ ਹੈ ਤਾਂ ਲਾਸਟ ਦੀ ਤਰੀਕ ਵਿੱਚ ਅਪ੍ਰੈਲ 30 ਨੂੰ ਆਪਾਂ ਸ਼ੋਰਟੇਜ ਲਿਖ ਕੇ ਉਰੇ ਆਪਾਂ ਇਸ਼ੂ ਕਰਾਂਗੇ। ਯਾਨੀ ਕਿ ਮੇਰੇ ਇਸ਼ੂ ਕਿਉਂ ਕਰਾਂਗੇ, ਕਿਉਂਕਿ ਘੱਟ ਪੈ ਰਿਹਾ, ਮਾਈਨਸ ਹੋ ਰਿਹਾ। ਠੀਕ ਹੈ, ਮਾਈਨਸ ਹੋ ਰਿਹਾ ਮਤਲਬ ਕਿ ਮੇਰੀ ਇਨਵੈਂਟਰੀ 'ਚੋਂ ਤਾਂ ਮਾਲ ਗਿਆ ਨਾ, ਮੈਨੂੰ ਤਾਂ ਉਹ ਤਾਂ ਸ਼ੋਅ ਕਰਨਾ ਪਏਗਾ। ਮੈਨੂੰ ਆਪਣੀ ਇਨਵੈਂਟਰੀ ਵਿੱਚੋਂ ਇਹ ਮਾਲ ਤਾਂ ਜਦੋਂ ਚਲਾ ਗਿਆ, ਮੈਨੂੰ ਤਾਂ ਸ਼ੋਅ ਕਰਨਾ ਪਏਗਾ ਨਾ ਕਿ ਇਹ ਮਾਲ ਮੇਰੇ ਹੱਥੋਂ ਮੇਰੀ ਇਨਵੈਂਟਰੀ 'ਚੋਂ ਚਲਾ ਗਿਆ, ਅਤੇ ਉਹ ਮੈਂ ਸ਼ੋਅ ਕਰਾਂਗਾ। 50 ਕੁਆਂਟੀਟੀਆਂ ਚਾਹੀਦੀਆਂ। ਹੁਣ ਮੈਂ ਦੇਖਾਂਗਾ ਬੈਲੈਂਸ, ਉਰੇ ਵੀ ਬੈਲੈਂਸ ਹੀ ਹੈ। ਮੈਥਡ ਜਿਹੜਾ ਆਏਗਾ ਲਾਸਟ ਇਨ ਫਸਟ ਆਊਟ ਮੈਥਡ, ਜੇ ਆਪਾਂ ਲਾਸਟ ਇਨ ਫਸਟ ਆਊਟ ਮੈਥਡ ਯੂਜ਼ ਕਰ ਰਹੇ ਹਾਂ। ਠੀਕ ਹੈ, ਤਾਂ ਉਰੇ ਲਾਸਟ ਕਿੰਨੀਆਂ ਕੁਆਂਟੀਟੀ ਪਈਆਂ, 300, 10 ਰੁਪਏ ਦੇ ਰੇਟ ਦੇ ਹਿਸਾਬ ਸੇ 3000। ਠੀਕ ਹੈ, ਆਪਾਂ ਲਾਸਟ ਇਨ ਫਸਟ ਆਊਟ ਮੈਥਡ ਲਾ ਰਹੇ ਹਾਂ, 50 ਕੁਆਂਟੀਟੀ ਇੱਥੋਂ ਚੱਕ ਲਾਂਗੇ 10 ਰੁਪਏ ਦੇ ਰੇਟ ਦੇ ਹਿਸਾਬ ਸੇ। 10 ਰੁਪਏ ਦੇ ਰੇਟ ਦੇ ਹਿਸਾਬ ਸੇ ਕਿਉਂ ਚੱਕੀਆਂ, ਕਿਉਂਕਿ ਆਪਾਂ ਲਾਸਟ ਇਨ ਫਸਟ ਆਊਟ ਮੈਥਡ ਲਾ ਰਹੇ ਹਾਂ, ਤਾਂ ਆਖਰੀ ਰੇਟ ਜਿਹੜਾ ਹੈਗਾ ਉਹੀ ਚੱਕਣਾ ਆਪਾਂ ਨੇ। 500 ਰੁਪਇਆ ਆਪਾਂ ਨੇ 500 ਰੁਪਏ ਦੀ ਅਮਾਊਂਟ ਚੱਕ ਲਈ ਆਪਾਂ ਨੇ, ਕਿਉਂਕਿ 500 ਦੀ ਇਸ਼ੂ ਹੋ ਗਈ, ਕਿਉਂਕਿ 50 ਕੁਆਂਟੀਟੀਆਂ ਦੀ ਅਮਾਊਂਟ ਕਿੰਨੀ ਸੀ, 500 ਰੁਪਇਆ। ਬਾਕੀ ਕਿੰਨਾ ਬੈਲੈਂਸ ਬਚਿਆ, 300 ਦਾ 11 ਰੁਪਏ ਦੇ ਰੇਟ ਦੇ ਹਿਸਾਬ ਸਿਰ ਬਚ ਗਿਆ। ਸੋਰੀ, ਅਤੇ ਬਾਕੀ ਇਹ ਤਾਂ ਪਿਆ ਹੀ ਸੀ, ਇਹਨੂੰ ਤਾਂ ਆਪਾਂ ਛੇੜਿਆ ਹੀ ਨਹੀਂ, ਜਿਹਨੂੰ ਛੇੜਿਆ ਬਸ ਉੱਚੋਂ ਮਾਈਨਸ ਹੋਇਆ। 50 ਰੁਪਏ ਦਾ 50 ਕੁਆਂਟੀਟੀਆਂ ਮਾਈਨਸ ਹੋ ਗਈਆਂ, 250 ਕੁਆਂਟੀਟੀਆਂ ਬਚ ਗਈਆਂ, 10 ਰੁਪਏ ਦੇ ਰੇਟ ਦੇ ਹਿਸਾਬ ਸਿਰ 2500 ਦਾ ਇੰਨਾ ਮਾਲ ਮੇਰਾ ਬਚ ਗਿਆ। ਠੀਕ ਹੈ, ਹੁਣ ਟੋਟਲ ਮਾਲ ਕਿੰਨਾ ਬਚ ਗਿਆ ਮੇਰਾ, ਜਿਹੜਾ ਉੱਪਰਲਾ ਪਿਆ ਸੀ ਅਤੇ ਇਹ ਪਿਆ ਸੀ। ਠੀਕ ਹੈ, ਇੰਨਾ ਮਾਲ ਬਚ ਗਿਆ। ਤੁਸੀਂ ਇਹ ਦੇਖੋਗੇ, ਓਬਜ਼ਰਵ ਕਰੋਗੇ, ਜਿਹੜਾ ਆਪਣਾ ਉਰੇ 300 ਉੱਪਰਲਾ ਮਾਲ ਪਿਆ ਸੀ, ਜਿਹੜਾ 311 ਵਾਲਾ, ਸੇਮ ਹੀ ਉੱਪਰ ਜਦੋਂ ਆਪਾਂ ਨੇ ਓਪਨਿੰਗ ਸਟਾਰਟ ਕੀਤੀ ਸੀ ਉਨਾ ਹੀ ਮਾਲ ਬਚ ਰਿਹਾ। ਠੀਕ ਹੈ, ਜਿਹੜਾ ਆਪਾਂ ਨੇ ਛੇੜਿਆ ਨਹੀਂ ਨਾ, ਉਹ ਉਨਾ ਹੀ ਮਾਲ ਉਰੇ ਦੁਬਾਰਾ ਉਨਾ ਹੀ ਬਚ ਰਿਹਾ, ਜਿਹਨੂੰ ਆਪਾਂ ਨੇ ਛੇੜਿਆ ਹੀ ਨਹੀਂ। ਕਿਉਂ ਨਹੀਂ, ਇਸ ਤਰ੍ਹਾਂ ਕਿਉਂ ਸੇਮ ਆ ਰਹੀ ਹੈ ਰੇਟ, ਕਿਉਂਕਿ ਆਪਾਂ ਕਿਹੜਾ ਮੈਥਡ ਯੂਜ਼ ਕਰ ਰਹੇ ਹਾਂ, ਲਾਸਟ ਇਨ ਫਸਟ ਆਊਟ ਮੈਥਡ। ਆਪਾਂ ਹਰੇਕ ਵਿੱਚ ਆਪਣੀ ਜਿਹੜੀ ਲੇਟੈਸਟ ਐਂਟਰੀ ਉਹੀ ਚੱਕੀ ਜਾਂਦੇ ਹਾਂ। ਉੱਪਰਲਾ ਮਾਲ ਤਾਂ ਉਵੇਂ ਦਾ ਹੀ ਪਿਆ। ਠੀਕ ਹੈ ਨਾ, ਉੱਪਰ ਦਾ ਮਾਲ ਉਵੇਂ ਦਾ ਹੀ ਰਹਿ ਰਿਹਾ। ਤਾਂ ਇਸੇ ਕਰਕੇ ਹਮੇਸ਼ਾ ਜ਼ਿਆਦਾਤਰ ਕੀ ਹੁੰਦਾ ਕਿ ਜਿਹੜਾ ਮੇਰੇ ਕੋਲ ਪਹਿਲੇ ਵਾਲਾ ਮਾਲ ਪਿਆ ਹੁੰਦਾ ਉਹਦਾ ਰੇਟ ਹਮੇਸ਼ਾ ਮੇਰੇ ਕੋਲ ਸੇਮ ਹੀ ਆਉਂਦਾ, ਉਹਦੀ ਅਮਾਊਂਟ ਵੀ ਸੇਮ ਹੁੰਦੀ, ਜ਼ਿਆਦਾਤਰ ਉਸਦੀ ਕੁਆਂਟਿਟੀ ਵੀ ਸੇਮ ਹੁੰਦੀ ਹੈ। ਉਰੇ ਵੀ ਸੇਮ ਹੈ ਅਤੇ ਉਰੇ ਵੀ ਸੇਮ ਹੈ। ਠੀਕ ਹੈ, ਠੀਕ ਹੈ ਨਾ ਫਰੈਂਡਸ। ਹੁਣ ਆਪਾਂ ਕਲੋਜ਼ਿੰਗ ਸਟੋਕ ਯਾਨੀ ਕਿ ਆਖਰੀ ਪਤਾ ਕਰਨਾ ਕਿ ਆਪਣੇ ਕੋਲ ਕਿੰਨਾ ਮਾਲ ਹੈਗਾ ਇਸ ਟਾਈਮ। ਇਹ ਬੈਲੈਂਸ ਹੈ ਸਾਡਾ, ਇਸਦਾ ਕਲੋਜ਼ਿੰਗ ਸਟੋਕ ਦਿਖਾ ਦਾਂਗੇ। ਟੋਟਲ ਕਿੰਨੀ ਕੁਆਂਟਿਟੀ ਹੈ, 300 + 200, 550 ਕੁਆਂਟੀਟੀਆਂ ਦਾ ਕਿੰਨਾ, ਮਤਲਬ ਕਿ ਕਿੰਨੀ ਅਮਾਊਂਟ ਹੈ, 550 ਕੁਆਂਟੀਟੀਆਂ ਦੀਆਂ, ਪੀਸਿਸ ਦੀਆਂ ਕੁਆਂਟਿਟੀ ਕਹਿ ਲਓ, ਪੀਸਿਸ ਕਹਿ ਲਓ, ਤਾਂ ਆਪਣੇ ਕਿੰਨੀ ਹੈ, 5800 ਦੀਆਂ। ਠੀਕ ਹੈ, ਮੇਰੇ ਕੋਲ 550 ਕੁਆਂਟਿਟੀ ਪਈ ਹੈ, ਉਸਦੀ ਕਿੰਨੀ ਅਮਾਊਂਟ ਹੈ, 5800। ਇਹ ਮੇਰਾ ਕੀ ਹੈ, ਕਲੋਜ਼ਿੰਗ ਸਟੋਕ। ਇਹ ਅਗਲੇ ਮਹੀਨੇ ਮੇਰਾ ਕੀ ਬਣ ਜਾਏਗਾ, ਅਗਲੇ ਮਹੀਨੇ ਮੇਰਾ ਇਹ ਓਪਨਿੰਗ ਸਟੋਕ ਬਣ ਜਾਏਗਾ, ਜਿਵੇਂ ਉਰੇ ਓਪਨਿੰਗ ਸਟੋਕ ਬਣ ਗਿਆ ਸੀ। ਠੀਕ ਹੈ ਨਾ ਫਰੈਂਡਸ। ਉਰੇ ਜਦੋਂ ਤੁਹਾਨੂੰ ਮੈਂ ਉਰੇ ਪਰਫੋਰਮਾ ਦਿਖਾ ਰਿਹਾ ਨਾ, ਉਰੇ ਤੁਹਾਨੂੰ ਮੈਂ ਸਮਝਾ ਰਿਹਾ, ਇਸ ਦਾ ਮਤਲਬ ਇਹ ਨਹੀਂ ਹੈ ਬਿਲਕੁਲ ਵੀ ਕਿ MCQ 'ਚ ਤੁਹਾਡੇ ਤੋਂ ਕੋਈ ਪਰਫੋਰਮਾ ਬਣਾਇਆ ਜਾਏਗਾ, ਕੋਈ ਇਸ ਤਰ੍ਹਾਂ ਦਾ ਕੋਈ ਟਿੱਪੀਕਲ ਜਾਂ ਕੋਈ ਤੁਹਾਡੇ ਤੋਂ ਐਗਜ਼ਾਮਪਲ ਕਰਕੇ ਪੁੱਛਿਆ ਜਾਏਗਾ। ਇਹ ਸਿਰਫ ਕਰਾਉਣ ਦਾ ਮਤਲਬ ਇਹ ਕਿ ਤੁਹਾਨੂੰ ਇੱਕ ਵਾਰੀ ਕੰਸੈਪਟ ਕਲੀਅਰ ਹੋ ਜਾਵੇ। ਠੀਕ ਹੈ ਨਾ, ਉੱਥੇ ਰੱਟਾ ਨਾ ਝਾੜਨਾ ਪਵੇ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਰੱਟਾ ਝਾੜੋ ਜਾਂ ਤੁਸੀਂ ਇਹਨੂੰ ਯਾਦ ਕਰੋ, ਜਾਂ ਤੁਹਾਨੂੰ ਇਹ ਪਤਾ ਲੱਗ ਜਾਏ, ਤੁਹਾਡੇ ਇੱਕ ਵਾਰੀ ਮਾਈਂਡ 'ਚ ਆ ਜਾਵੇ ਕਿ ਜੇ ਫੀਫੋ ਮੈਥਡ ਹੈ ਤਾਂ ਯਾਨੀ ਕਿ ਜੋ ਪਹਿਲੇ ਮਾਲ ਪਿਆ ਉਹਨੂੰ ਪਹਿਲੇ ਯੂਜ਼ ਕੀਤਾ। ਠੀਕ ਹੈ, ਪਹਿਲਾਂ ਯੂਜ਼ ਕੀਤਾ। ਲੀਫੋ ਮੈਥਡ ਹੈ, ਜੋ ਹੁਣ ਆਇਆ ਮਾਲ ਐਕਚੁਅਲ 'ਚ, ਠੀਕ ਹੈ, ਲੇਟੈਸਟ ਮਾਲ ਹੈ, ਉਸਨੂੰ ਪਹਿਲਾਂ ਯੂਜ਼ ਕੀਤਾ। ਠੀਕ ਹੈ, ਇਹ ਜੋ ਤੁਹਾਨੂੰ ਕੰਸੈਪਟ ਕਿਵੇਂ ਕਲੀਅਰ ਹੋਏਗਾ, ਜੇ ਤੁਹਾਨੂੰ ਤੁਸੀਂ ਐਗਜ਼ਾਮਪਲ ਦੇਖੋਗੇ, ਬਿਨਾਂ ਐਗਜ਼ਾਮਪਲ ਤੋਂ ਨਹੀਂ ਕਲੀਅਰ ਹੋਣ ਵਾਲਾ। ਠੀਕ ਹੈ ਨਾ ਫਰੈਂਡਸ। ਚਲੋ ਆਪਾਂ ਕੁਝ MCQs ਕਰ ਲਈਏ। MCQs ਆਪਾਂ ਦੇਖਦੇ ਹਾਂ, ਵਟ ਡਜ਼ ਦਾ ਫੀਫੋ ਮੀਨ। ਇਹ ਤਾਂ ਸਿੰਪਲ ਰਹੀ ਹੈ, ਦੱਸੋ ਮੈਨੂੰ ਕਿ ਫਿਨਿਸ਼ ਸਟਾਕ ਇਨਫਿਨਿਸ਼ਡ ਸਟਾਕ ਆਊਟ ਹੋਏਗਾ, ਫੈਬਰੀਕੇਸ਼ਨਸ ਇਨਵਰਡ ਜਾਂ ਫੈਬਰੀਕੇਸ਼ਨਸ ਆਊਟਵਰਡ ਹੋਏਗਾ, ਫਾਈਨਲ ਇਨਪੁਟ ਫਾਈਨਲ ਆਊਟਪੁੱਟ ਹੋਏਗਾ, ਜਾਂ ਫਸਟ ਇਨ ਫਸਟ ਆਊਟ ਹੋਏਗਾ। ਫੀਫੋ ਦਾ ਕੀ ਮਤਲਬ ਹੋਏਗਾ, ਦੱਸੋ ਮੈਨੂੰ। ਇਹਦਾ ਆਂਸਰ ਆਏਗਾ ਫੀਫੋ फर्स्ट इन फर्स्ट आउट मेथड। ठीक है फ्रेंड्स, डी ऑप्शन आएगा। रिगार्डलेस ऑफ दी हाउ लॉन्ग इट टेक्स टू प्रोड्यूस और सैल दी इन्वेंट्री। ठीक है, ਇਨਵੈਂਟਰੀਜ਼ ਆਲਵੇਸ ਆਪਾਂ ਕਿਸ ਤਰ੍ਹਾਂ ਕੰਸੀਡਰ ਕਰਾਂਗੇ, ਭਾਵੇਂ ਉਹਨੂੰ ਆਪਾਂ ਪ੍ਰੋਡਿਊਸ ਕਰੀਏ ਭਾਵੇਂ ਉਹਨੂੰ ਸੈੱਲ ਕਰੀਏ, ਹਮੇਸ਼ਾ ਜਿਹੜੀ ਇਨਵੈਂਟਰੀ ਉਹਨੂੰ ਕਿਸ ਤਰ੍ਹਾਂ ਕੰਸੀਡਰ ਕਰਾਂਗੇ, ਕਰੰਟ ਐਸਟ ਦੇ ਹਿਸਾਬ ਸੇ, ਕਰੰਟ ਲਾਇਬਿਲਿਟੀ, ਲੌਂਗ ਟਰਮ ਐਸਟ ਜਾਂ ਸਟਾਕ ਹੋਲਡਰ ਇਕੁਇਟੀ। ਦੱਸੋ, ਭਾਵੇਂ ਪ੍ਰੋਡਿਊਸ ਕਰੀਏ ਭਾਵੇਂ ਸੈੱਲ ਕਰੀਏ, ਉਹਨੂੰ ਹਮੇਸ਼ਾ ਕਿਸ ਤਰ੍ਹਾਂ ਆਪਾਂ ਕੰਸੀਡਰ ਕਰਾਂਗੇ। ਜੇ ਕੋਈ ਵੀ ਇਨਵੈਂਟਰੀ ਆਪਣੇ ਕੋਲ ਮਾਲ ਪਿਆ ਉਸ ਨੂੰ ਆਪਾਂ ਕਿਸ ਤਰ੍ਹਾਂ ਕੰਸੀਡਰ ਕਰਾਂਗੇ, ਦੱਸੋ। ਕਰੰਟ ਐਸਟ ਦੇ ਹਿਸਾਬ ਸਿਰ, ਕਰੰਟ ਲਾਇਬਿਲਿਟੀ, ਲੌਂਗ ਟਰਮ ਐਸਟ, ਸਟਾਕ ਹੋਲਡਰ ਇਕੁਇਟੀ। ਇਹ ਆਪਾਂ ਹਮੇਸ਼ਾ ਕੰਸੀਡਰ ਕਰਾਂਗੇ ਕਰੰਟ ਐਸਟ ਦੇ ਹਿਸਾਬ ਸੇ। ਠੀਕ ਹੈ ਫਰੈਂਡਸ, ਹਮੇਸ਼ਾ ਆਪਾਂ ਇਹਨੂੰ ਕਰੰਟ ਐਸਟ ਹੀ ਕਰਾਂਗੇ। ਇਨਵੈਂਟਰੀ ਜਿਹੜੀ ਵੀ ਹੁੰਦੀ ਹੈ ਹਮੇਸ਼ਾ
ਉਹ ਕਰੰਟ ਐਸੈਟ ਹੀ ਹੁੰਦੀ। ਕਰੰਟ ਐਸੈਟ ਦਾ ਮਤਲਬ ਕੀ ਹੁੰਦਾ, ਵਿਦਿਨ 12 ਮੰਥਸ ਜਾਂ ਤਾਂ ਸੈੱਲ ਹੋ ਜਾਏ ਜਾਂ ਤਾਂ ਪਰਚੇਜ਼ ਹੋ ਜਾਏ, ਪਲੱਸ ਜਾਂ ਮਾਈਨਸ ਹੋ ਜਾਵੇ, ਉਸ ਵਿੱਚ ਵਧਦਾ ਘਟਦਾ ਰਹੇ। ਠੀਕ ਹੈ। ਫਿਕਸ ਐਸੈਟ ਕੀ ਹੁੰਦੇ ਆ, ਉਹ ਜ਼ਿਆਦਾਤਰ 1 ਸਾਲ ਤੋਂ ਉੱਪਰ ਰਹਿਣ ਵਾਲੀ ਚੀਜ਼ ਹੁੰਦੀ। ਮਸ਼ੀਨਰੀ ਜਿਹੜੀ ਉਹ ਫਿਕਸ ਐਸੈਟ ਹੋ ਜਾਂਦੀ ਹੈ। ਠੀਕ ਹੈ। ਅਗਲਾ ਕੁਐਸਚਨ ਦੇਖਦੇ ਹਾਂ ਆਪਾਂ, ਥੋੜ੍ਹਾ ਜਿਹਾ ਆਪਾਂ ਦੇਖ ਲੈਂਦੇ ਹਾਂ। ਦ ਲੇਟੈਸਟ ਕੋਸਟ ਆਫ ਇਨਵੈਂਟਰੀਜ਼ ਚੇਂਜ ਟੂ ਦਾ ਪ੍ਰੋਡਕਸ਼ਨ ਬਟ ਦ ਓਲਡ ਪ੍ਰਾਈਸਿਸ ਆਰ ਚੇਂਜ ਟੂ ਦ ਇਨਵੈਂਟਰੀਜ਼ ਔਨ ਹੈਂਡ। ਠੀਕ ਹੈ। ਦੱਸੋ ਜਿਹੜੀ ਲੇਟੈਸਟ ਇਨਵੈਂਟਰੀ ਉਹ ਚੇਂਜ ਹੋ ਜਾਂਦੀ ਹੈ, ਜਿਹੜੀ ਓਲਡ ਪ੍ਰਾਈਸਿਸ ਉਹ ਹਮੇਸ਼ਾ ਇਨਵੈਂਟਰੀ ਹੈਂਡ ਵਿੱਚ ਹੀ ਰਹਿੰਦੀ ਹੈ। ਇਸ ਵਿੱਚ ਕਿਹੜਾ ਮੈਥਡ ਲੱਗੇਗਾ, ਐਵਰੇਜ, ਲੀਫੋ, ਫੀਫੋ ਜਾਂ ਪ੍ਰਪਿਊਸ਼ੀਅਲ? ਦੱਸੋ। ये आंसर आ जाएगा बी। ठीक है, बी आ जाएगा ना इसका आंसर। अगला क्वेश्चन है, एन इनक्रीज इन इन्वेंट्रीज इंडिकेट, जे इन्वेंट्री इंक्रीज हो रही है तो की मतलब होएगा मोर मर्केंडाइज वाज परचेज दैन द अमाउंट सोल्ड टू कस्टमर, लेस मर्केंडाइज वाज परचेज दैन द सोल्ड टू कस्टमर, नोट ऑल परचेसिस वेयर कैश, कैश पेमेंट्स वेयर मोर दैन द परचेसिस ऑन अकाउंट। दसो, जे इन्वेंट्रीज ਵਧਦੇ ਜਾਣੇ ਤਾਂ ਉਹਦਾ ਕੀ ਆਪਾਂ ਕਹਿ ਸਕਦੇ ਹਾਂ ਆਪਾਂ? ਇਹਦਾ ਆंसर ਆਏਗਾ ए ऑप्शन। ठीक है, मोर मर्केंटाइज वाज परचेज दैन द सोल्ड, जिन्ना ਆਪਾਂ कस्टमर सोल्ड नहीं किया उस नालों ਆਪਾਂ ज़्यादा परचेज कर लिया, इसका मतलब साड़ी इंक्रीज हो रही है इन्वेंट्री। विच टाइप ऑफ द इन्वेंट्री सिस्टम इज अपडेटेड इन्वेंट्री सिस्टम? दसो, पीरियोडिक इन्वेंट्री सिस्टम, कंटिजेंसी इन्वेंट्री सिस्टम, लीफो, परपेचुअल इन्वेंट्री सिस्टम? इसका आंसर आएगा लीफो, वो हमेशा अपडेटेड दसदी है। ठीक है फ्रेंड्स। नहीं, सॉरी उरे लीफो नहीं आएगा, उरे आएगा प्रप्यूशियल इन्वेंटरी सिस्टम। प्रप्यूशियल इन्वेंटरी सिस्टम का की मतलब होंगे, वैसे जो तुहानूं मैं कंसैप्ट कराया ना उस आउंदा नहीं, मगर जो MCQ इवें दा आ जाए तो तुहानूं मैं दस दिना। प्रप्यूशियल इन्वेंटरी सिस्टम होंदा है कि फिजिकल असिस्टेंस विच चैक करना, मतलब कि प्रप्यूशियल इन्वेंटरी सिस्टम की अपडेटेड रखना, हरेक चीज़ नूं, हरेक चीज़ अपडेट रखना। जिवें आपां कुछ अपना कुछ माल विक आया आपां ਇਹ ਦੇਖਦੇ ਹਾਂ ਨਾ ਕਿ ਆਪਾਂ ਜਾਂ ਤਾਂ 2 ਦਿਨ ਬਾਅਦ ਵੀ ਆਪਾਂ ਰਿਕਾਰਡ ਕਰ ਸਕਦੇ ਹਾਂ, 1 ਦਿਨ ਬਾਅਦ ਰਿਕਾਰਡ ਕਰ ਸਕਦੇ, 1 ਦਿਨ ਦੇ ਐਂਡ 'ਚ ਰਿਕਾਰਡ ਕਰ ਸਕਦੇ ਹਾਂ, ਮਗਰ ਨਹੀਂ। ਪ੍ਰੋਵਿਜ਼ਨਲ ਇਨਵੈਂਟਰੀ ਸਿਸਟਮ ਦਾ ਮਤਲਬ ਕੀ ਹੋ ਜਾਏਗਾ ਕਿ ਮੈਨੂੰ ਜਿਹੜੀ ਹੁਣੀ ਚੀਜ਼ ਕੀਤੀ ਉਸ ਨੂੰ ਨਾਲ ਦੀ ਨਾਲ ਐਡ ਕਰਾਂ ਮੈਂ। ਤਾਂ ਇਸ ਵਿੱਚ ਕਿਹੜੇ ਕਿਹੜੇ ਐਗਜ਼ਾਮਪਲ ਹੋ ਸਕਦੇ ਆ? ਫਰੇਟ ਹੋ ਸਕਦੀ ਹੈ। ਠੀਕ ਹੈ, ਫਰੇਟ ਇੱਕ ਐਸੀ ਚੀਜ਼ ਹੈ ਜਿਸ ਨੂੰ ਨਾਲ ਦੀ ਨਾਲ ਐਡ ਕਰਨਾ ਪੈਂਦਾ। ਇੰਸ਼ੋਰੈਂਸ ਹੋ ਸਕਦੀ ਹੈ। ਠੀਕ ਹੈ, ਉਸ ਨੂੰ ਕਹਿੰਦੇ ਨੇ ਪ੍ਰੋਵਿਜ਼ਨਲ ਇਨਵੈਂਟਰੀ ਸਿਸਟਮ। ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ, which of the principal criterion used to distinguish between the tangible asset and the inventory? मतलब कि ਉਹ ਕਿਹੜਾ ਪ੍ਰਿੰਸੀਪਲ ਕ੍ਰਾਈਟੇਰੀਆ ਹੈ ਜਿਸ ਨੂੰ ਯੂਜ਼ ਕਰਨ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਮਤਲਬ ਕਿਸ 'ਚ ਡਿਫਰੈਂਸ ਆ ਜਾਂਦਾ ਕਿ ਟੈਂਜੀਬਲ ਐਸੈਟ ਅਤੇ ਇਨਵੈਂਟਰੀ 'ਚ ਕੀ ਫਰਕ ਹੈ? ਦੱਸੋ। ਫਿਜ਼ੀਕਲ ਸਬਸਟੈਂਸ ਆਫ ਦੀ ਐਸੈਟ, ਐਕੁਜੀਸ਼ਨ ਕੋਸਟ ਆਫ ਦੀ ਐਸੈਟ, ਨੇਚਰ ਆਫ ਦੀ ਕੰਪਨੀ ਐਕਟੀਵਿਟੀ ਵਿਚ ਡਿਟਰਮਾਈਨ ਦੀ ਪਰਪਸ ਆਫ ਵਿਚ ਦੀ ਐਸੈਟ ਇਜ਼ ਹੈਲਡ, the moment in the accounting period when the account is acquired। ਦੱਸੋ ਇਹ 'ਚ ਕਿਹੜਾ ਆਪਸ਼ਨ ਠੀਕ ਹੋਏਗਾ? ਕਿਹੜਾ ਪ੍ਰਿੰਸੀਪਲ ਕ੍ਰਾਈਟੇਰੀਆ ਆਪਾਂ ਯੂਜ਼ ਕਰਕੇ ਡਿਸਟਿੰਗੁਇਸ਼ ਕਰ ਸਕਦੇ ਹਾਂ ਟੈਂਜੀਬਲ ਐਸੈਟ ਵਿੱਚ ਅਤੇ ਇਨਵੈਂਟਰੀ ਵਿੱਚ? ਇਹਦਾ ਆਂਸਰ ਆਏਗਾ ਫਿਜ਼ੀਕਲ ਸਬਸਟੈਂਸ ਆਫ ਦੀ ਐਸੈਟ। ਠੀਕ ਹੈ ਫਰੈਂਡਸ, ਸੌਰੀ, ਫਿਜ਼ੀਕਲ ਸਬਸਟੈਂਸ ਆਫ ਦੀ ਐਸੈਟ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਇੱਕ ਤਰ੍ਹਾਂ ਦਾ ਇੱਕ ਐਸਾ ਪ੍ਰਿੰਸੀਪਲ ਕ੍ਰਾਈਟੇਰੀਆ ਜਿਸ ਨਾਲ ਆਪਾਂ ਟੈਂਜੀਬਲ ਐਸੈਟ ਅਤੇ ਇਨਵੈਂਟਰੀ ਵਿੱਚ ਡਿਸਟਿੰਗੁਇਸ਼ ਕਰ ਸਕਦੇ ਹਾਂ। ਠੀਕ ਹੈ ਨਾ ਫਰੈਂਡਸ। अगला क्वेश्चन है, विच टाइप ऑफ द इन्वेंटरी सिस्टम रिक्वायर्ड द अपडेटिंग द इन्वेंटरी बैलेंस एट द एंड ऑफ द अकाउंटिंग पीरियड? दसो इस ਕਿਹੜਾ ਸਿਸਟਮ ਆਪਾਂ ਨੂੰ ਯੂਜ਼ ਕਰਨਾ ਪੈਂਦਾ ਜਿਸ ਨਾਲ ਇਹ ਪਤਾ ਲੱਗ ਜਾਂਦਾ ਕਿ ਆਪਾਂ ਮਤਲਬ ਕਿਸ ਤਰ੍ਹਾਂ ਦਾ ਆਪਣਾ ਸਿਸਟਮ ਆਪਾਂ ਸਾਨੂੰ ਲੋੜ ਪੈਂਦੀ ਹੈ ਜਦੋਂ ਆਪਾਂ ਅਪਡੇਟਿੰਗ ਕਰਨਾ ਹੁੰਦਾ ਇਨਵੈਂਟਰੀ ਬੈਲੈਂਸ ਨੂੰ ਐਟ ਦਾ ਐਂਡ ਆਫ ਦ ਅਕਾਊਂਟਿੰਗ ਪੀਰੀਅਡ ਵਿੱਚ? ਦੱਸੋ ਮੈਨੂੰ। ਪੀਰੀਓਡਿਕ ਇਨਵੈਂਟਰੀ ਸਿਸਟਮ ਹੋਏਗਾ, ਲੀਫੋ ਹੋਏਗਾ, ਪ੍ਰਪਿਊਸ਼ਨਲ ਇਨਵੈਂਟਰੀ ਸਿਸਟਮ ਹੋਏਗਾ, ਫੀਫੋ ਹੋਏਗਾ? ਮਤਲਬ ਕਿ ਉਰੇ ਇਹ ਪੁੱਛ ਰਿਹਾ ਕਿ ਜਿਹੜਾ ਇਨਵੈਂਟਰੀ ਸਿਸਟਮ ਐਸਾ ਇਨਵੈਂਟਰੀ ਸਿਸਟਮ ਕਿਹੜਾ ਆਪਾਂ ਨੂੰ ਸਾਨੂੰ ਲੋੜ ਪੈਂਦੀ ਹੈ ਜੇ ਜਦੋਂ ਆਪਾਂ ਨੇ
ਜਦੋਂ ਆਪਣੇ ਸਾਲ ਦੇ ਅੰਤ ਵਿੱਚ ਉਸ ਨੂੰ ਅਪਡੇਟ ਕਰਨਾ ਹੁੰਦਾ ਇਨਵੈਂਟਰੀ ਨੂੰ, ਉਸ ਵਿੱਚ ਕਿਹੜਾ ਸਿਸਟਮ ਜਿਹੜਾ ਇਨਵੈਂਟਰੀ ਦਾ ਸਾਨੂੰ ਲੋੜ ਪੈਂਦੀ ਹੈ, ਕਿਹੜੇ ਇਨਵੈਂਟਰੀ ਸਿਸਟਮ ਦੀ ਲੋੜ ਪੈਂਦੀ ਹੈ ਦੱਸੋ? ਲੀਫੋ ਮੈਥਡ ਦੀ ਪਏਗੀ, ਫੀਫੋ ਮੈਥਡ ਦੀ ਪਏਗੀ, ਪ੍ਰੋਪਿਊਸ਼ਨਲ ਮੈਥਡ ਦੀ ਪਏਗੀ, ਪੀਰੀਓਡਿਕ ਇਨਵੈਂਟਰੀ ਸਿਸਟਮ ਦੀ ਪਏਗੀ? ਦੱਸੋ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਵਿੱਚ ਦੇਣਾ, ਠੀਕ ਹੈ ਫਰੈਂਡਸ। ਇਹਦਾ ਆਨਸਰ ਤੁਸੀਂ ਮੈਨੂੰ ਜ਼ਰੂਰ ਕਮੈਂਟ ਵਿੱਚ ਦੇਣਾ, ਠੀਕ ਹੈ। ਜਿਹੜਾ ਤੁਹਾਡਾ ਮੇਰਾ ਲਾਸਟ ਵੀਡੀਓ ਹੈ ਨਾ, ਜਿਹੜੀ ਲਾਸਟ ਵੀਡੀਓ ਤੁਹਾਨੂੰ ਮੈਂ ਕੁਐਸਚਨ ਪੁੱਛਿਆ, ਉਸ ਦੀ ਮੈਂ ਐਕਸਪਲੇਨੇਸ਼ਨ ਉਸ ਵਿੱਚ ਮੈਂ ਪਾਉਣ ਲੱਗਾ ਅਤੇ ਮੈਂ ਉਸ ਨੂੰ ਐਕਸਪਲੇਨ ਕਰ ਦਾਂਗਾ ਹੁਣ, ਠੀਕ ਹੈ। ਕਿਉਂਕਿ ਮੇਰੇ ਕੋਲ ਕਾਫੀ ਬੱਚਿਆਂ ਦੇ ਕਮੈਂਟ ਆ ਚੁੱਕੇ ਨੇ, ਤਾਂ ਹੁਣ ਮੈਂ ਉਸਦੀ ਐਕਸਪਲੇਨ ਵੀ ਕਰ ਦਾਂਗਾ ਅਤੇ ਤੁਹਾਨੂੰ ਦੱਸ ਵੀ ਦੇਵਾਂ ਕਿ ਕਿਹੜੇ ਕੁਐਸਚਨ ਤੁਹਾਡੇ ਠੀਕ ਨੇ ਅਤੇ ਕਿਹੜੇ ਨਹੀਂ ਠੀਕ ਹੈ, ਠੀਕ ਹੈ ਫਰੈਂਡਸ। अगला क्वेश्चन है, द इन्वेंटरीज आर रिकॉर्डेड एट द लेटेस्ट प्राइस बट द प्रोडक्शन कॉस्ट इज चेंज ओल्ड कॉस्ट प्राइस। जी मैं इन्वेंटरी रिकॉर्ड कर रहा वो लेटेस्ट प्राइस के उपर कर रहा, रिकॉर्ड कर रहा यानी कि परचेज कर रहे हैं, मगर जी प्रोडक्शन कॉस्ट है वो ओल्ड प्राइस के उपर ही हो रही है। चेंज जी प्रोडक्शन जा रहा है माल, प्रोडक्शन मतलब जी कॉस्ट यूज हो रही है उस मेरी जी कॉस्ट लग रही है ओल्ड प्राइस उपर ही लग रही है। तो इसका की मतलब होया, कि मैथड हो गया है? फीफो हो गया, एवरेज हो गया, बोथ ए एंड बी हो गया, नन हो गया। ਜੇ ਤੁਹਾਨੂੰ ਫੀਫੋ ਮੈਥਡ ਤੁਹਾਨੂੰ ਸਮਝਿਆ ਤਾਂ ਤੁਹਾਨੂੰ ਇਸਦਾ ਆਨਸਰ ਜ਼ਰੂਰ ਪਤਾ ਹੋਏਗਾ। ਇਹਦਾ ਆਨਸਰ ਆਏਗਾ ਫੀਫੋ ਮੈਥਡ, ਠੀਕ ਹੈ। ਫਸਟ ਆਊਟ ਮੈਥਡ ਹੀ ਹੁੰਦਾ ਕਿ ਜਿਹੜੀ ਮੈਂ ਇਨਵੈਂਟਰੀ ਰਿਕਾਰਡ ਕਰ ਰਿਹਾ ਉਹ ਤਾਂ ਮੈਂ ਲੇਟੈਸਟ ਵਿੱਚ ਵਾਲੀ ਰਿਕਾਰਡ ਕਰ ਰਿਹਾ, ਮਗਰ ਜਦੋਂ ਮੈਂ ਇਸ਼ੂ ਕਰ ਰਿਹਾ ਉਹ ਮੈਂ ਜੋ ਪਹਿਲੇ ਮਾਲ ਪਿਆ ਮੇਰੇ ਕੋਲ ਉਸ ਦੇ ਉੱਪਰ ਮੈਂ ਕੀ ਨਾਮ ਹੈ ਇਸ਼ੂ ਕਰ ਰਿਹਾ। ਤਾਂ ਉਹ ਇਹੀ ਪੁੱਛ ਰਿਹਾ, ਜਿਹੜੀ ਪ੍ਰੋਡਕਸ਼ਨ ਕੋਸਟ ਚੇਂਜ ਹੋ ਰਹੀ ਹੈ ਉਹ ਮੇਰੀ ओल्ड ਕੋਸਟ प्राइस ਉੱਪਰ ਹੋ ਰਹੀ ਹੈ, ਠੀਕ ਹੈ। अगला क्वेश्चन है, विच वन ऑफ द फॉलोइंग methods for the inventory valuation may be misleading when the units are identical। ਦੱਸੋ। ਮੈਨੂੰ ਮਿਸਲੀਡ ਕਰਦੀਆਂ ਜਦੋਂ ਮੇਰੀ ਯੂਨਿਟਸ ਜਿਹੜੀ ਆਇਡੈਂਟੀਕਲ ਹੁੰਦੀ ਹੈ। ਕਿਹੜਾ ਮੈਥਡ ਐਸਾ ਮੇਰਾ? ਫੀਫੋ ਮੈਥਡ, ਲੀਫੋ ਮੈਥਡ, ਸਪੈਸ਼ਲ ਆਇਡੈਂਟੀਫਿਕੇਸ਼ਨ ਮੈਥਡ ਜਾਂ ਨਨ? ਇਹਦਾ ਆਨਸਰ ਆਏਗਾ ਸੀ ਆਪਸ਼ਨ। ਸਪੈਸ਼ਲ ਆਇਡੈਂਟੀਫਿਕੇਸ਼ਨ ਮੈਥਡ ਕੀ ਹੁੰਦਾ? ਇਸ ਵਿੱਚ ਕੀ ਕਰਦੇ ਹਾਂ ਆਪਾਂ? ਵੈਸੇ ਤੁਹਾਨੂੰ ਮੈਂ ਹਲੇ ਸਮਝਾਇਆ ਨਹੀਂ ਕਿਉਂਕਿ ਅੱਗੇ ਤੁਹਾਨੂੰ ਆਏਗਾ ਇੱਕ ਵਾਰੀ, ਮਗਰ ਉਰੇ ਤੁਹਾਨੂੰ ਮੈਂ ਇੱਕ ਵਾਰੀ ਨੋਰਮਲ ਦੱਸ। ਸਪੈਸ਼ਲ ਆਇਡੈਂਟੀਫਿਕੇਸ਼ਨ ਮੈਥਡ ਹੁੰਦਾ ਕਿ ਜਾ ਕੇ ਮੈਂ ਫਿਜ਼ੀਕਲ ਤੌਰ 'ਤੇ ਮੈਂ ਹਰੇਕ ਵਾਰੀ ਜਿੰਨਾ ਵੀ ਮਾਲ ਆ ਰਿਹਾ ਜਾ ਰਿਹਾ ਉਸ ਨੂੰ ਪੱਕੀ ਤਰ੍ਹਾਂ ਰਿਕਾਰਡ ਕਰਾਂ, ਮੈਂ ਮਤਲਬ ਚੈੱਕ ਕਰਾਂ ਉਸ ਨੂੰ, ਮੈਂ ਅੱਖਾਂ ਨਾਲ ਦੇਖਾਂ ਜਾ ਕੇ ਹਰੇਕ ਚੀਜ਼ ਨੂੰ, ਮੈਂ ਉਦੋਂ ਮੈਂ ਮਿਸਲੀਡ ਹੋ ਸਕਦਾ, ਠੀਕ ਹੈ। ਮੇਰੀ ਵੈਲੂਏਸ਼ਨ ਜਿਹੜੀ ਇਨਵੈਂਟਰੀ ਵੈਲੂਏਸ਼ਨ ਮਿਸਲੀਡ ਹੋ ਸਕਦੀ ਹੈ, ठीक है। अगला क्वेश्चन है, ड्यूरिंग सितंबर खान हैड सेल्स दी 1,48,000, ठीक है। ग्रोस प्रॉफिट कितना है? 40,000। परचेसिस अमाउंट कितनी है? 1 लाख। ओपनिंग इन्वेंटरी कितनी है? 34,000। मैंने क्लोजिंग इन्वेंटरी कटनी है, दसो किमें कटांगे आप? ਇਹਦੇ ਆਨਸਰ ਦਿੱਤੇ ਹੋਏ हैं 24,000, 26,000, 42,000, 54,000। दसो। सेल हैगी 1,48,000, ग्रोस प्रॉफिट हैगा 1,40,000, परचेसिस अमाउंट हैगी 1 ਲੱਖ ਤੇ ओपनिंग इन्वेंटरी हैगी 1,34,000। दसो। ਇਹਦਾ ਆਨਸਰ ਆਏਗਾ 26,000। ਕਿਵੇਂ ਆਏਗਾ ਤੁਸੀਂ ਦੇਖੋ, ਆਪਣੇ ਕੋਲ ਕਿੰਨੀ ਹੈ ਦੱਸੋ ਮੈਨੂੰ? ਪਰਚੇਸਿਸ ਅਮਾਊਂਟ ਕਿੰਨੀ ਹੈ? 1 ਲੱਖ। ਆਪਣੇ ਕਲੋਜ਼ਿੰਗ ਕੱਢਣੀ ਹੈ ਨਾ 1 ਲੱਖ, ਅਤੇ 34,000 ਕੀ ਹੈ ਓਪਨਿੰਗ? 1,34,000 ਹੋ ਗਿਆ। ਹੁਣ 1 ਲੱਖ 'ਚ 34,000 ਪਲੱਸ ਕੀਤਾ 1,34,000। 1,34,000 'ਚ ਆਪਾਂ ਕੀ ਪਲੱਸ ਕਰਾਂਗੇ? 40,000, ਠੀਕ ਹੈ ਫਰੈਂਡਸ। 1,40,000 4 4 5 7 1,74,000। 1,74,000 'ਚੋਂ ਆਪਾਂ 1,48,000 ਮਾਈਨਸ ਕਰ ਦਈਏ ਤਾਂ ਮੇਰੀ ਕਲੋਜ਼ਿੰਗ ਆ ਜਾਏਗੀ, ਠੀਕ ਹੈ। ਮਾਈਨਸ ਕਰੋ ਤਾਂ ਕਿੰਨਾ ਹੋ ਗਿਆ ਆਪਣਾ? 14 ਚੋਂ 8 ਗਏ, ਕਿੰਨੇ ਹੋ ਗਏ? 6 ਹੋ ਗਏ। ਉਰੇ 6 ਚੋਂ 4 ਗਏ 2, 26,000, ਠੀਕ ਹੈ। ਇਹ ਮੇਰੀ ਕਲੋਜ਼ਿੰਗ ਆ ਜਾਏਗੀ। ਮੈਨੂੰ ਕਲੋਜ਼ਿੰਗ ਕਿਵੇਂ ਕੱਢਾਂਗਾ ਮੈਂ? ਮੈਨੂੰ ਜਿੰਨੀ ਮੇਰੇ ਕੋਲ ਪਰਚੇਸਿਸ ਦਿੱਤੇ ਆ ਉਹਨੂੰ ਉਸ ਵਿੱਚ ਕਿੰਨੀ ਐਡ ਕਰ ਲਾਂਗਾ? ਓਪਨਿੰਗ ਇਨਵੈਂਟਰੀ ਐਡ ਕਰ ਲਾਂਗਾ ਅਤੇ ਗਰੋਸ ਪ੍ਰੋਫਿਟ ਐਡ ਕਰਕੇ, ਅਤੇ ਇਹਨਾਂ ਵਿੱਚੋਂ ਮੈਂ ਜੋ ਮੇਰਾ ਟੋਟਲ ਆਏਗਾ ਉਸ 'ਚੋਂ ਮੈਂ ਸੇਲ ਮਾਈਨਸ ਕਰਕੇ ਮੇਰੀ ਕਲੋਜ਼ਿੰਗ ਇਨਵੈਂਟਰੀ ਆ ਜਾਏਗੀ। ਕਿੰਨੀ ਆ ਜਾਏਗੀ?
26,000। ਠੀਕ ਹੈ ਫਰੈਂਡਸ। ਸੋ ਅੱਜ ਲਈ ਇੰਨਾ ਹੀ। ਤੁਹਾਡੇ ਤੋਂ ਮੈਂ 7ਵਾਂ ਕੁਐਸਚਨ ਪੁੱਛਿਆ, ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਠੀਕ ਹੈ ਫਰੈਂਡਸ। ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਪੁੱਛਿਓ, ਮੈਂ ਉਹਦਾ ਰਿਪਲਾਈ 100% ਕਰਾਂਗਾ। ਠੀਕ ਹੈ ਨਾ ਫਰੈਂਡਸ। ਸੋ ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਜ਼ਰੂਰ ਕਰਿਓ। ਠੀਕ ਹੈ ਫਰੈਂਡਸ। ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਕਿ ਤੁਹਾਨੂੰ ਮੈਂ ਰਿਕੁਐਸਟ ਕਰਦਾ ਕਿ ਕਿਉਂਕਿ ਇਸ ਨਾਲ ਤੁਹਾਡਾ ਹੀ ਫਾਇਦਾ ਹੈ, ਤੁਹਾਡੇ ਜਿਹੜੇ ਤੁਹਾਡੇ ਫਰੈਂਡਸ ਹੈ ਉਹਨਾਂ ਨੂੰ ਵੀ ਫਾਇਦਾ ਹੋਏਗਾ। ਠੀਕ ਹੈ ਨਾ। ਸ਼ੇਅਰ ਜ਼ਰੂਰ ਕਰਿਓ, ਇਹ ਤੁਹਾਡੀ ਡਿਊਟੀ ਹੈ। ਠੀਕ ਹੈ। ਜੇ ਮੈਂ ਪੜ੍ਹਾ ਰਿਹਾ ਤਾਂ ਮੈਂ ਆਪਣੀ ਰਿਸਪੋਂਸੀਬਿਲਿਟੀ ਨਿਭਾ ਰਿਹਾ ਨਾ। ਤੁਹਾਡੀ ਰਿਸਪੋਂਸੀਬਿਲਿਟੀ ਕੀ ਹੈ, ਤੁਸੀਂ ਇਸ ਨੂੰ ਸਮਝਣਾ ਹੈ ਲੈਕਚਰ ਨੂੰ, ਅਤੇ ਨਾਲ ਇੱਕ ਸ਼ੇਅਰ ਜ਼ਰੂਰ ਕਰਨਾ। ਠੀਕ ਹੈ ਫਰੈਂਡਸ। ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਦਾ ਤਾਂ ਤੁਸੀਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ। ਠੀਕ ਹੈ ਫਰੈਂਡਸ। ਓਕੇ, ਥੈਂਕ ਯੂ।